तिस अंतर रवै हर नाम बाणी गुरु। गुरु है बाणी विच बाणी अमृत सारे। गुर बाणी कहे सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज कर वासा होए। तीरथ तप दया दत दान, जे को पावे तिल का मान। सुनिया मनिया मन कीता पाओ, अंतर्गत तीरथ मल नाओ। सब गुण तेरे मैं नाही कोय, विण गुण कीते भगत न होए। स्वस्थ आत बाणी बरमाओ, सत सुहान सदा मन चाओ। कवण सुवेला वखत कवण, कवण थित कवण वार। कवण से रुति महाकवण, जित होआ आकार। बेल न पाइया पंडिती, जे होवे लेख पुराण। वखत न पायो कादियाँ, जे लिखण लेख कुरान। थित वार ना जोगी जाने, रुत महाना कोई। जा करता सिर ठीक साजे, आपे जाने सोई। किव कर आखम किव सलाही, क्यों वरणी किव जाना।
नानक आखण सब को आखै, एक दूं एक सियाणा, वड्डा साहिब वड्डी नाई, कीता जाका होवै, नानक जे को आपो जाने, अगे गया ना सो है, वड्डा साहिब वड्डी नाई, कीता जाका होवै, नानक जे को आपो जाने, अगे गया ना सो है। वाहिगुरु जी का खालसा, वाहिगुरु जी की फतेह। जपजी साहिब जी की ये 21ਵੀਂ पौड़ी है, जिसकी विचार अज आप जी सरवण करोगे। पंजवें पातशाह गुरु अर्जन देव पिता महाराज जी का शहीदी गुरपुरब 3 तरीक नूं है, जो हर साल की तरह बहुत शरधा सत्कार दे नाल गुरुद्वारा रकाबगंज साहब भाई लखी शाह बनजारा हाल अंदर मनाया जाएगा। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। धन धन साहिब श्री गुरु नानक देव महाराज जी के मुखार बिंद चो उचारण की हुई पावन पवित्र बाणी जपजी साहिब जी के विचों 21ਵੀਂ पौड़ी का आप जी ने पाठ सरवण किया है। इस पावन पौड़ी की विचार आप जी नूं सरवण करवा रहे हैं सिख कौम के महान विद्वान, बहुत ही सत्कारयोग सेवा रतन सिंह साहब ज्ञानी रणजीत सिंह जी, हैड ग्रंथी गुरुद्वारा बंगला साहिब। आओ अगले समय लिए बड़े प्यार सत्कार नाल जुड़ करके कथा विचार सरवण करिए जी। वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद बेशुमार अथा अगणत अतुल्य ज्यों बुलावो
ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਵਡਿਆਈਆਂ ਅਜ਼ਮਤਾਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਸੱਚੇ ਪਾਤਸ਼ਾਹ ਦੀ ਤੁਰਕੀ ਬਾਣੀ, ਅਕਾਲੀ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ। ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼ਬਦ ਜਿਸ ਦਾ ਮੂਲ ਪਾਠ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਇਹ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਔਰ ਇਸ ਪਾਠ ਦੀ ਜੋ ਤਰਤੀਬ ਹੈ ਉਹਦੇ ਵਿੱਚ 21ਵੀਂ ਪੌੜੀ ਹੈ। ਸਾਨੂੰ ਕੁਝ ਗੱਲਾਂ ਦੇ ਉੱਤੇ ਬਹੁਤ ਜ਼ਿਆਦਾ ਕੇਂਦਰਿਤ ਹੋਣਾ ਪਵੇਗਾ, ਰੋਕਣਾ ਪਵੇਗਾ ਸਾਨੂੰ ਆਪਣੇ ਆਪ ਨੂੰ। ਜਿਹੜੀ ਸੱਚੇ ਪਾਤਸ਼ਾਹ ਨੇ ਬਾਣੀ ਉਚਾਰੀ ਹੈ, ਉਸ ਬਾਣੀ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਸਾਰੀ ਬਾਣੀ ਕਾਵ ਰੂਪ ਹੈ। ਹੁਣੇ ਆਪ ਜੀ ਨੇ ਕੀਰਤਨ ਸੁਣਿਆ ਆਸਾ ਕੀ ਵਾਰ ਦਾ, ਇਹ ਵੀ ਸਾਡਾ ਨਿਤਨੇਮ ਹੈ। ਇੱਕ 5 ਬਾਣੀਆਂ ਦਾ ਨਿਤਨੇਮ ਸਾਡਾ ਆਪਣਾ ਨਿੱਜੀ ਹੈ। ਆਸਾ ਕੀ ਵਾਰ ਦਾ ਨਿਤਨੇਮ ਸਾਡਾ ਸੰਗਤੀ ਹੈ, ਪਰ ਬਣ ਨਹੀਂ ਸਕਿਆ। ਜੇ ਕਿਤੇ ਇਹ ਆਪਣੇ ਅਸਲ ਰੂਪ ਵਿੱਚ ਆ ਜਾਏ ਔਰ ਬਾਣੀ ਇੱਦਾਂ ਸਾਨੂੰ ਸਮਝ ਆ ਜਾਏ ਕਿ ਛੋਡੀ ਲੈ ਪਖੰਡਾ ਨਾਮ ਲੈ ਜਾਹੇ ਤਰੰਦਾ,
ਤੇ ਕਿਸੇ ਨਾ ਕਿਸੇ ਦਿਨ ਤੇ ਦਿਮਾਗ ਵਿੱਚ ਸੱਟ ਵੱਜੇਗੀ ਨਾ, ਇਹ ਛੋਡੀਲੇ ਪਖੰਡਾਂ ਦਾ ਕੀ ਮਤਲਬ ਹੈ? ਕਿ ਅਸੀਂ ਪਖੰਡ ਕਰਦੇ ਹਾਂ? ਹਾਂ ਭਾਈ, ਅਸੀਂ ਵਾਕਿਆ ਹੀ ਪਖੰਡ ਕਰਦੇ ਹਾਂ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬੁਲੋ ਵਸਪਾਨੀ। ਅੰਦਰ ਕਪਟ ਹੈ, ਮੂੰਹ ਦੇ ਵਿੱਚ ਗਿਆਨ ਦੀਆਂ ਗੱਲਾਂ ਨੇ। ਇਹ ਕੀ ਹੈ? ਇਹ ਵੀ ਪਖੰਡ ਹੈ। ਘਰ ਦੀ ਬਹੂ ਸਵੇਰੇ ਉੱਠ ਕੇ ਪੈਰੀਂ ਹੱਥ ਲਾਵੇ ਸੱਸ ਦੇ, ਸਾਰਾ ਦਿਨ ਉਹਨੂੰ ਨਾ ਚਾਹ ਪੁੱਛੇ, ਨਾ ਰੋਟੀ, ਨਾ ਪਾਣੀ, ਨਾ ਉਹਦੀ ਗੱਲ ਸੁਣੇ, ਤੇ ਮਾਤਾ ਸਵੇਰੇ ਕਹਿੰਦੀ ਹੈ ਵੀ ਕੁੜੀ ਆ ਪਖੰਡ ਵੀ ਨਾ ਕਰਿਆ ਕਰ। ਜਦੋਂ ਸਾਰਾ ਦਿਨ ਤੇ ਮੇਰੀ ਗੱਲ ਸੁਣਨੀ ਨਹੀਂ ਤੂੰ, ਤਾਂ ਜਿਹੜਾ ਸਵੇਰ ਵਾਲਾ ਪਖੰਡ ਹੈ ਕੁੜੀਏ ਇਹ ਵੀ ਬੰਦ ਕਰ ਦੇ। ਪਖੰਡ ਦਾ ਨਾਮ ਇੱਕ ਹੈ, ਪਖੰਡ ਦਾ ਰੂਪ ਇੱਕ ਨਹੀਂ ਹੈ। ਆ ਪਿਛਲੇ ਦਿਨ ਲੰਘੇ ਅਖਬਾਰਾਂ ਵਿੱਚ ਇਸ਼ਤਿਹਾਰ ਤੱਕ ਆਏ, ਕਣਕ ਇਕੱਠੀ ਕਰਨ ਵੀ ਪਖੰਡੀ ਜਾਂਦੇ ਨੇ। ਕੋਈ ਧਰਤੀ ਤੇ ਉਹਨਾਂ ਦਾ ਗੁਰਦੁਆਰਾ ਨਹੀਂ ਹੈ, ਉਹ ਵੀ ਉਗਰਾਹੀ ਕਰਨ ਚਲ ਜਾਂਦੇ ਨੇ ਪਿੰਡ 'ਚ ਜੱਟ ਜ਼ਿਮੀਂਦਾਰਾਂ ਦੇ ਕੋਲੋਂ। ਪਖੰਡ ਦਾ ਰੂਪ ਇੱਕ ਨਹੀਂ ਹੈ। ਜਿਹੜਾ ਕਰਮ ਸਚਾਈ ਤੋਂ ਪਰੇ ਹੈ ਉਹ ਹਰ ਕਰਮ ਹੀ ਪਖੰਡ ਹੈ। ਜਿਸ ਕਰਮ ਦਾ ਆਧਾਰ ਧਰਮ ਨਹੀਂ ਹੈ ਉਹ ਕਰਮ ਪਖੰਡ ਹੈ। ਤੇ ਆਸਾ ਕੀ ਵਾਰ ਰੋਜ਼ ਕਹਿੰਦੀ ਹੈ ਛੋਡੀਲੇ ਪਖੰਡਾ, ਉਹ ਪਖੰਡ ਛੱਡ ਭਾਈ, ਨਾਮ ਲੈ ਜਾਹੇ ਤਰੰਦਾ। ਜਿਹੜੇ ਤੂੰ ਧਰਮ ਕਰਮ ਕਰਨ ਤੁਰਿਆ ਹੈ, ਤੇਰੇ ਤੋਂ ਪਹਿਲਾਂ ਕਰ ਚੁੱਕੇ ਨੇ ਲੋਕ। ਪੁੱਠੇ ਲਟਕ ਹਟੇ ਨੇ, ਪਾਣੀ 'ਚ ਖਲੋ ਹਟੇ ਨੇ, ਕੰਦਰਾਂ ਵਿੱਚ ਬਹਿ ਚੁੱਕੇ ਨੇ। ਆਸਣ 84 ਉਹਨਾਂ ਨੇ ਕਰ ਕਰ ਵੇਖ ਲਏ ਨੇ। ਦਾਨ ਪੁੰਨ ਦੀ ਕੋਈ ਕਮੀ ਹੋਈ ਹੈ? ਘੋੜੇ ਦਾਨ ਕਰਨ ਵਾਲੇ, ਹਾਥੀ ਦਾਨ ਕਰਨ ਵਾਲੇ, ਸੋਨਾ ਦਾਨ ਕਰਨ ਵਾਲੇ ਧਰਤੀ ਤੇ ਰਾਜੇ ਹੋਏ ਨੇ। ਸੇਜਾ ਨਾਰੀ ਭੂਮ ਦਾਨ ਸਮੇਤ ਬਿਸਤਰੇ ਇਸਤਰੀਆਂ ਦਾਨ ਕਰਤੀਆਂ ਲੋਕਾਂ ਨੇ, ਮੁਕਤੀ ਫਿਰ ਵੀ ਨਹੀਂ ਹੋਈ। ਹੁਣ ਮੇਰੇ ਵਰਗਾ 10 ਰੁਪਏ ਕੱਢ ਕੇ ਕਹਿੰਦਾ ਜੀ ਮੈਨੂੰ ਮੁਕਤੀ ਦੇ ਦਿਓ, ਵੀ ਤੇਰੇ ਤੋਂ ਪਹਿਲਾਂ ਸੋਨਾ ਦਾਨ ਕਰਨ ਵਾਲੇ ਲੰਘ ਗਏ। ਤੂੰ ਆਪਣਾ ਇਤਿਹਾਸ ਪੜ੍ਹ ਪਹਿਲਾਂ, ਇਹ ਪਤਾ ਤੇ ਕਰ ਕਿ ਤੂੰ ਪਹਿਲੀ ਵਾਰੀ ਗੁਰਦੁਆਰੇ ਆਇਆ ਕਿ ਤੇਰੇ ਤੋਂ ਪਹਿਲਾਂ ਵੀ ਆਏ ਨੇ। ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ, ਹਰ ਹਰ ਉਤਮ ਬਾਣੀ। ਕਿ ਭਾਈ ਲੈਣੇ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਕੋਈ ਵੀ ਨਹੀਂ ਆਇਆ। ਇਤਿਹਾਸ ਗਵਾਹ ਹੈ। ਬਾਬਾ ਬੁੱਢਾ ਜੀ ਵੀ ਆਏ ਸਨ, ਪਰ ਜਿਸ ਅਵਸਥਾ ਤੇ ਭਾਈ ਲਹਿਣਾ ਪਹੁੰਚਿਆ ਕੋਈ ਵੀ ਨਹੀਂ ਪਹੁੰਚ ਸਕਿਆ। ਸਤਿਗੁਰੂ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ, ਸਾਨੂੰ ਸਮਝਾਉਂਦੀ ਹੈ ਕਿ ਤੇਰੇ ਤੋਂ ਪਹਿਲਾਂ ਕੋਈ ਬੰਦਾ ਇੱਥੇ ਆਇਆ ਹੀ ਨਹੀਂ ਧਰਮ ਕਰਮ ਕਰਨ, ਤੂੰ ਕਵੇਂ ਜੀ ਮੈਂ ਲੱਗਾ ਕਰਨ। ਇਸ ਕਰਕੇ ਇਹ ਸੋਚਣਾ, ਸੱਚੇ ਪਾਤਸ਼ਾਹ ਅੱਜ ਕਹਿੰਦੇ ਨੇ ਤੀਰਥ, ਕਿ ਕਿਸੇ ਨੇ ਤੀਰਥਾਂ ਦੀ ਤੇਰੇ ਤੋਂ ਪਹਿਲਾਂ ਯਾਤਰਾ ਨਹੀਂ ਕੀਤੀ? 68 ਤੀਰਥਾਂ ਦੀ ਕੀਤੀ ਹੈ। ਆਪਾਂ ਤੇ ਅੱਖਾਂ ਵਾਲੇ ਆ। ਸਰਵਣ ਦੇ ਮਾਤਾ ਪਿਤਾ ਅੰਧੇ ਸੀ, ਉਹਨਾਂ ਨੇ ਵੀ ਕੀਤੀ ਹੈ। ਭਾਵੇਂ ਆਪਣੇ ਪੁੱਤਰ ਦੇ ਅੱਗੇ ਹੱਥ ਪੱਲਾ ਜੋੜ ਕੇ ਕੀਤੀ ਹੈ, ਪਰ ਯਾਤਰਾ ਤਾਂ ਉਹਨਾਂ ਵੀ ਕੀਤੀ ਹੈ। ਤੇ ਤੂੰ ਅੱਖਾਂ ਵਾਲਿਆਂ ਤੂੰ ਕਰ ਲਈ ਤੇ ਤਾਂ ਕੀ ਫਰਕ ਪੈਂਦਾ ਹੈ? ਆਪਣੇ ਨਾ ਸਿਆਣੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਨੇ, ਕਹਿੰਦੇ ਰੱਬ ਨੇ ਨਾ ਜਦੋਂ ਬੰਦੇ ਨੂੰ ਭੇਜਿਆ ਤੇ ਉਹਦੇ ਕੰਨ 'ਚ ਇੱਕ ਫੂਕ ਮਾਰੀ। ਮੈਨੂੰ ਲੱਗਦਾ ਵੀ ਉਹ ਗੱਲ ਬਹੁਤ ਸੱਚੀ ਹੈ। ਕਿਸੇ ਨੇ ਸੁਣੀ ਹੈ ਮੈਨੂੰ ਨਹੀਂ ਪਤਾ,
ਪਰ ਗੱਲ ਸੱਚ ਦੇ ਬਹੁਤ ਨੇੜੇ ਹੈ ਵੀ ਉਹਨੇ ਤੁਰਦੇ ਤੁਰਦੇ ਨੂੰ ਕਿਹਾ ਵੀ ਤੇਰੇ ਤੋਂ ਪਹਿਲਾਂ ਤੇਰੇ ਵਰਗਾ ਸੋਹਣਾ ਤੇ ਤੇਰੇ ਵਰਗਾ ਸਿਆਣਾ ਮੈਂ ਕੋਈ ਨਹੀਂ ਘੱਲਿਆ। ਮਤਲਬ ਤੂੰ ਜਿਵੇਂ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਵੀ ਸਿੰਗਲ ਪੀਸ ਹੀ ਹੈ, ਇਕੱਲਾ ਹੀ ਹੈ ਤੂੰ, ਤੇਰੇ ਤੋਂ ਪਹਿਲਾਂ ਕੋਈ ਨਹੀਂ ਗਿਆ। ਇਹੋ ਹੀ ਕਾਰਨ ਹੈ ਕਿ ਸਾਰੀ ਉਮਰ ਆਪਾਂ ਕਿਸੇ ਨੂੰ ਪੱਲੇ ਹੀ ਨਹੀਂ ਬੰਨ੍ਹਦੇ, ਜਦੋਂ ਕਿ ਸੱਚ ਇਹ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉਤਮ ਬਾਣੀ। ਇਸ ਉਤਮ ਬਾਣੀ ਨੂੰ ਗਾਉਣ ਵਾਲੇ ਵੀ ਪਹਿਲਾਂ ਆਏ ਨੇ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ। ਪਰ ਗਾਉਣਾ ਤੇ ਸੁਣਨਾ ਸਾਰਿਆਂ ਦਾ ਪ੍ਰਵਾਨ ਨਹੀਂ ਚੜਿਆ। ਤੂੰ ਗਾ ਲੇਂਗਾ ਤਾਂ ਕੀ ਫਰਕ ਪੈਂਦਾ, ਤੂੰ ਸੁਣ ਲਵੇਂਗਾ ਤਾਂ ਕੀ ਫਰਕ ਪੈਂਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਇਹ ਸਾਰੀਆਂ ਉਕਤੀਆਂ ਜੁਗਤੀਆਂ ਨੇ ਗਾਉਣ ਦੀਆਂ। ਰਾਗਾਂ ਵਿੱਚ ਪਾ ਕੇ ਗਾ ਲਓ, ਵੇਦਾਂ ਦੀਆਂ ਦਸੀਆਂ ਮਰਿਆਦਾ ਦੇ ਅਨੁਸਾਰ ਗਾ ਲਓ। ਦੇਖੋ, ਜਦੋਂ ਪਿਛਲੇ ਸਮੇਂ 'ਚ ਦਰਬਾਰ ਸਾਹਿਬ ਇੱਕ ਅਜੀਬ ਝਗੜਾ ਹੋਇਆ ਗੁਰੂ ਕੇ ਕੀਰਤਨੀਆਂ ਦਾ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਦਾ। ਉਹ ਗੱਲ ਕਿਤੇ ਸੀ, ਚਲੀ ਕਿਤੇ ਗਈ, ਉਹਦੇ ਵਿੱਚੋਂ ਨਿਕਲਿਆ ਕੁਝ ਹੋਰ। ਮੈਂ ਉਹਦਾ ਕਿਸੇ ਗੱਲ ਦਾ ਇੱਥੇ ਕੋਈ ਹਵਾਲਾ ਨਹੀਂ ਦੇਣਾ ਚਾਹੁੰਦਾ, ਨਾ ਹੀ ਮੇਰਾ ਉਹ ਸਬਜੈਕਟ ਹੈ, ਮੇਰਾ ਵਿਸ਼ਾ ਇਹ ਨਹੀਂ ਹੈ। ਪਰ ਉਹਦੇ ਵਿੱਚੋਂ ਇੱਕ ਗੱਲ ਜਿਹੜੀ ਮੈਨੂੰ ਸਿੱਖਣ ਨੂੰ ਮਿਲੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਮੈਨੂੰ ਖੁਦ ਇਸ ਗੱਲ ਦਾ ਵੇਰਵਾ ਨਹੀਂ ਸੀ ਪਤਾ, ਬਾਰਾਂ ਪਤਾ ਸੀ, ਅੰਦਰ ਦਾ ਨਹੀਂ ਸੀ ਪਤਾ। ਹੁਣ ਆਪਾਂ ਕਹਿੰਦੇ ਹਾਂ ਵੀ ਜਿਹੜਾ ਰਾਗ ਹੋਵੇ ਬਾਣੀ ਉਸੇ ਰਾਗ ਵਿੱਚ ਗਾਉਣੀ ਚਾਹੀਦੀ ਹੈ। ਉਸ ਚਰਚਾ ਦੇ ਵਿੱਚੋਂ ਇੱਕ ਨਵੀਂ ਗੱਲ ਨਿਕਲ ਕੇ ਆਈ ਵੀ ਰਾਗ ਦਾ ਵੀ ਸਮਾਂ ਹੈ। ਇਹ ਨਹੀਂ ਕਿ ਆਸਾ ਦਾ ਰਾਗ ਦਾ ਵਕਤ ਹੋਵੇ ਤੇ ਤੁਸੀਂ ਸੋਰਠ ਦਾ ਰਾਗ ਲੈ ਕੇ ਤੇ ਸੋਰਠ ਦਾ ਹੀ ਸ਼ਬਦ ਲੈ ਕੇ ਗਾ ਦਿਓ, ਸੋਰਠ ਰਾਗ ਲੈ ਕੇ। ਤੀਜੀ ਗੱਲ ਜਿਹੜੀ ਵਕਤ ਨੂੰ ਵੀ ਧਿਆਨ 'ਚ ਰੱਖਣਾ ਹੈ। ਵੇਖੋ ਕਿੰਨੀ ਕਮਾਲ ਦੀ ਗੱਲ ਹੈ। ਰਾਗ ਦਾ ਵੀ ਧਿਆਨ ਰੱਖਣਾ ਹੈ, ਰਾਗ ਕਿਹੜਾ ਹੈ, ਤੁਸੀਂ ਉਸ ਰਾਗ ਤੋਂ ਬਾਹਰ ਨਹੀਂ ਹੋਣਾ। ਸ਼ਬਦ ਦਾ ਵੀ ਧਿਆਨ ਰੱਖਣਾ ਹੈ। ਇਹ ਨਾ ਹੋਵੇ ਵੀ ਵਕਤ ਸੋਰਠ ਦੇ ਰਾਗ ਦਾ ਹੈ ਤੇ ਸ਼ਬਦ ਤੁਸੀਂ ਧਨਾਸਰੀ ਦੇ ਰਾਗ ਦਾ ਪੜ੍ਹਦੇ ਹੋ। ਇਹਨੂੰ ਪੰਜਾਬੀ 'ਚ ਪਤਾ ਕੀ ਕਹਿੰਦੇ ਨੇ? ਕਹਿੰਦੇ ਜਿਹਦਾ ਵਿਆਹ ਹੋਵੇ ਨਾ, ਘੋੜੀਆਂ ਵੀ ਉਹਦੀਆਂ ਹੀ ਗਾਉਣੀਆਂ ਚਾਹੀਦੀਆਂ ਨੇ। ਵਿਆਹ ਕਿਸੇ ਦਾ, ਘੋੜੀਆਂ ਕਿਸੇ ਹੋਰ ਦੀਆਂ ਗਾਓਗੇ ਤੁਸੀਂ। ਜਿਹੜਾ ਅੱਜ ਯੁੱਗ ਚੱਲ ਰਿਹਾ ਹੈ ਨਾ, ਕਈ ਵਾਰੀ ਮਨ ਵਿਚਲਿਤ ਵੀ ਹੁੰਦਾ ਹੈ ਵੀ ਇੰਨੀ ਮੇਰੀ ਕੌਮ ਦੇ ਵਿੱਚ ਇਹ ਖਰਾਬੀ ਕਿਉਂ ਹੋ ਗਈ। ਮੈਂ ਅੱਜ ਫਿਰ ਬੇਨਤੀ ਕਰਨੀ ਚਾਹੁੰਦਾ ਵੀ ਜਿੱਦਣ ਲਾਲ ਕਿਲੇ ਪ੍ਰਧਾਨ ਮੰਤਰੀ ਆਉਂਦਾ ਹੈ, 5 ਵਾਰੀ ਮੱਥਾ ਟੇਕਦਾ ਹੈ ਤੇ ਗੱਲ ਚੱਲੀ ਵੀ ਕੋਈ ਅਨਾਉਂਸਮੈਂਟ ਹੋਏਗੀ, ਸ਼ਾਇਦ ਸਿੱਖਾਂ ਦੇ ਕੁਝ ਮਸਲੇ ਹੱਲ ਹੋਣਗੇ, ਸ਼ਾਇਦ ਸਰਕਾਰ ਸਿੱਖਾਂ ਨੂੰ ਆਪਣੇ ਨੇੜੇ ਰੱਖਣ ਵਾਸਤੇ ਜਾਂ ਇਹ ਦੱਸਣ ਵਾਸਤੇ ਕਿ ਸਰਕਾਰ ਸਿੱਖਾਂ ਦੇ ਨਾਲ ਹੈ, ਕੁਝ ਉਲਝਣਾਂ ਤਾਣੀਆਂ ਸੁਲਝਣਗੀਆਂ। ਪਰ ਐਸਾ ਪਟਿਆਲੇ ਦਾ ਕਾਂਡ ਹੋਇਆ, ਹਿੰਦੂ ਸਿੱਖ ਦਾ ਮਸਲਾ ਖੜਾ ਹੋ ਗਿਆ। ਉਦੋਂ ਬਾਅਦ ਲਗਾ ਮਾਤਰਾਂ ਦਾ, ਬਿੰਦੀਆਂ ਟਿੱਪੀਆਂ ਦਾ ਮਸਲਾ ਖੜਾ ਹੋ ਗਿਆ। ਉਸ ਤੋਂ ਬਾਅਦ ਕੋਈ ਹੋਰ ਮਸਲਾ ਖੜਾ ਹੋ ਗਿਆ। ਤੁਸੀਂ ਸਾਰੇ ਮੇਰੇ ਨਾਲ ਗਵਾਹ ਹੋਵੋਗੇ ਵੀ ਹੁਣ ਸਾਨੂੰ ਇਹ ਵੀ ਯਾਦ ਨਹੀਂ ਕਿ ਲਾਲ ਕਿਲੇ ਪ੍ਰੋਗਰਾਮ ਵੀ ਹੋਇਆ ਸੀ। ਲਓ 2 ਮਹੀਨਿਆਂ 'ਚ ਭੋਗ ਪੈ ਗਿਆ। ਮਤਲਬ ਇਸ ਤਰੀਕੇ ਨਾਲ ਸਾਡਾ ਧਿਆਨ ਜਿਹੜਾ ਹੈ ਉਹ ਕਿਤੇ ਦਾ ਕਿਤੇ ਪਹੁੰਚਾ ਦਿੱਤਾ ਗਿਆ।
ਅੱਜ ਸਾਰੀ ਕੌਮ ਬੰਦੀ ਸਿੰਘਾਂ ਦੀ ਰਿਹਾਈ ਤੇ ਲੱਗੀ ਹੋਈ ਹੈ। ਹੁਣ ਬੰਦੀ ਸਿੰਘਾਂ ਦੀ ਰਿਹਾਈ ਕਦੋਂ ਹੋਣੀ ਹੈ, ਇਹ ਸਰਕਾਰ ਦਾ ਵਿਸ਼ਾ ਹੈ। ਹੁਣ ਤੇ ਸਵਾਲ ਇਹ ਖੜਾ ਹੋ ਗਿਆ ਵੀ ਬੰਦੀ ਕੀਤੇ ਕਿਹਨੇ ਨੇ, ਪਹਿਲਾਂ ਉਹ ਬੰਦੇ ਲੱਭੋ। ਬੰਦੀ ਕਰਾਉਣ ਚ ਕੌਣ ਕੌਣ ਨੇ? ਇਹਨੂੰ ਕਹਿੰਦੇ ਨੇ ਮਰਜ਼ बढ़ता ਗਿਆ ਜੂੰ ਜੂੰ ਦਵਾ ਕਰਤੇ। ਜਿਵੇਂ ਜਿਵੇਂ ਦਵਾਈ ਸ਼ੁਰੂ ਕੀਤੀ ਉਵੇਂ ਉਵੇਂ ਬਿਮਾਰੀ ਵਧਣੀ ਸ਼ੁਰੂ ਹੋ ਗਈ। ਬਿਮਾਰੀ ਦਵਾਈ ਨਾਲ ਘਟਣੀ ਚਾਹੀਦੀ ਹੈ, ਤੇ ਜੇ ਦਵਾਈ ਨਾਲ ਹੀ ਬਿਮਾਰੀ ਵੱਧ ਜਾਏ ਤੇ ਦੱਸੋ ਇਸ ਮਰੀਜ਼ ਦਾ ਬਣੇਗਾ ਕੀ? ਪਰ ਇਹਦੇ ਵਿੱਚੋਂ ਕੁਝ ਚੰਗੀਆਂ ਗੱਲਾਂ ਵੀ ਨਿਕਲ ਕੇ ਆ ਰਹੀਆਂ ਨੇ ਕਿ ਜਿਨ੍ਹਾਂ ਗੱਲਾਂ ਦੀ ਚਰਚਾ ਹੁਣ ਹੋ ਰਹੀ ਹੈ, ਇਹ ਤਾਂ ਮੈਨੂੰ ਇੱਦਾਂ ਲੱਗਦਾ ਵੀ ਉਹ ਜਿੱਦਾਂ ਮਹਾਭਾਰਤ 'ਚੋਂ ਗੀਤਾ ਨਿਕਲੀ ਸੀ ਨਾ, ਕੋਈ ਇੱਦਾਂ ਦਾ ਹੀ ਮਹਾਰਾਜ ਕੋਈ ਕੌਤਕ ਵਰਤਾਏਗਾ। ਇੰਨੀਆਂ ਉਲਝਣ ਤਾਣੀਆਂ ਦੇ ਵਿੱਚੋਂ ਕੁਝ ਨਾ ਕੁਝ ਤਾਂ ਨਿਕਲੇਗਾ, ਪਰ ਕੀ ਨਿਕਲੇਗਾ, ਕਦੋਂ ਨਿਕਲੇਗਾ, ਇਹ ਸਤਿਗੁਰੂ ਜਾਣਦੇ ਨੇ। ਹੁਣ ਨਵੀਂ ਗੱਲ ਆ ਗਈ ਵੀ ਸਾਜ਼ ਕਿਹੜੇ ਹੋਣੇ ਚਾਹੀਦੇ ਨੇ ਕੀਰਤਨ ਵਾਸਤੇ। ਗੱਲ ਤਾਂ ਠੀਕ ਹੈ, ਹੁਣ ਲਾਗੂ ਕਰਨ ਵਾਲਿਆਂ ਨੂੰ ਵੀ ਸ਼ਾਬਾਸ਼ ਹੋਣੀ ਚਾਹੀਦੀ ਹੈ, ਤੇ ਜਿਹੜੇ ਲਾਗੂ ਕਰਨ ਵਿੱਚ ਰੋਕਦੇ ਨੇ ਉਹਨਾਂ ਨੂੰ ਵੀ ਸੰਜੀਦਗੀ ਰੱਖਣੀ ਚਾਹੀਦੀ ਹੈ। ਵੀ ਜੇ ਆਪਾਂ ਸਾਲੋ ਸਾਲ ਇੱਕ ਸਾਜ਼ ਵਰਤ ਲਿਆ, ਅਗਰ ਅੱਜ ਕੋਈ ਚੰਗੀ ਗੱਲ ਸਾਹਮਣੇ ਆਉਂਦੀ ਹੈ ਤੇ ਸਾਨੂੰ ਉਹਦੀ ਪ੍ਰੋੜਤਾ ਕਰਨੀ ਚਾਹੀਦੀ ਹੈ। ਹਾਂ, ਇੱਕ ਗੱਲ ਜ਼ਰੂਰ ਹੈ, ਸਾਨੂੰ ਕਿਸੇ ਨੂੰ ਨੀਵਾਂ ਵਿਖਾਉਣ ਦੀ, ਕਿਸੇ ਦੀ ਇਨਸਲਟ ਕਰਨ ਦੀ, ਬੇਇੱਜ਼ਤੀ ਕਰਨ ਦੀ, ਮਾਣ ਸਨਮਾਨ ਘਟਾਉਣ ਦੀ, ਉਹ ਜਿਹੜੀ ਹਿਰਦੇ ਕਪਟ ਮੁੱਖ ਗਿਆਨੀ, ਉਹ ਨਹੀਂ ਹੋਣੀ ਚਾਹੀਦੀ। ਆਪਾਂ ਕਹਿੰਦੇ ਹਾਂ ਨਾ, ਇੱਕ ਹੁੰਦੀ ਗੱਲ ਸੁਭਾਵਕ ਕਰਨੀ, ਇੱਕ ਹੁੰਦੀ ਗੱਲ ਲਾ ਕੇ ਕਰਨੀ। ਹੁਣ ਆਪਾਂ ਤੁਰੇ ਜਾਂਦੇ ਆ, ਕਿਸੇ ਨੂੰ ਠੇਡਾ ਲੱਗ ਗਿਆ ਤੇ ਆਪਾਂ ਉਹਦੇ ਪੈਰੀਂ ਹੱਥ ਲਾ ਕੇ, ਗੋਡੀਆਂ ਹੱਥ ਲਾ ਕੇ, ਇੱਥੇ ਕਈ ਵਾਰੀ ਮੱਥਾ ਟੇਕਦਿਆਂ ਹੁੰਦਾ, ਇੱਕ ਅੱਗੇ ਅਰਦਾਸ ਕਰ ਰਿਹਾ ਹੁੰਦਾ, ਇੱਕ ਉਹਦੇ ਪਿੱਛੇ ਮੱਥਾ ਟੇਕਣ ਲੱਗ ਜਾਂਦਾ ਹੈ। ਉਹ ਅਗਲਾ ਬੰਦਾ ਮੱਥਾ ਟੇਕ ਕੇ ਪਿਛਾਂਹ ਮੁੜਦਾ ਹੈ ਤੇ ਉਹ ਪਿਛਲੇ ਬੰਦੇ ਦੇ ਉੱਤੇ ਡਿੱਗ ਪੈਂਦਾ ਹੈ। ਥੋੜਾ ਜਿਹਦੇ ਉੱਤੇ ਡਿੱਗਦਾ ਹੈ ਉਹ ਵਿਚਾਰਾ ਲਿਫ ਜਾਂਦਾ ਹੈ, ਤੇ ਜਿਹੜਾ ਡਿੱਗਦਾ ਹੈ ਉਹ ਫਿਰ ਉਹਨੂੰ ਕਹਿੰਦਾ ਜੀ ਮੈਨੂੰ ਮਾਫ ਕਰ ਦਿਓ। ਉਹਦਾ ਮਤਲਬ ਵੀ ਮੈਂ ਜਾਣ ਕੇ ਤਾਂ ਨਹੀਂ ਡਿੱਗਿਆ। ਇੱਕ ਹੁੰਦਾ ਹੈ ਠੇਡਾ ਲੱਗ ਜਾਣਾ, ਇੱਕ ਹੁੰਦਾ ਠੁੱਡਾ ਮਾਰਨਾ। ਇਹਨਾਂ ਦੋਨਾਂ ਨੂੰ ਆਪਾਂ ਵੱਖਰਾ ਵੱਖਰਾ ਕਰ ਲਈਏ। ਇੱਕ ਹੁੰਦਾ ਕਿਸੇ ਦੀ ਜਾਣ ਬੁੱਝ ਕੇ ਬੋਲਣਾ, ਇੱਕ ਹੁੰਦਾ ਬੋਲਿਆ ਗਿਆ। ਜਿਵੇਂ ਹੁਣ ਮੈਂ ਵੀ ਕਥਾ ਕਰ ਰਿਹਾ, ਹੋ ਸਕਦਾ ਮੇਰੇ ਤੋਂ ਬੋਲਦਿਆਂ ਬੋਲਦਿਆਂ ਕਿੰਨੇ ਹੀ ਸ਼ਬਦ ਠੀਕ ਨਾ ਬੋਲੇ ਜਾਣ, ਉਹ ਬਖਸ਼ਣਯੋਗ ਨੇ। ਪਰ ਜਿਹੜੇ ਮੈਂ ਮਿੱਥ ਕੇ ਬੋਲਾਂਗਾ, ਕਿਸੇ ਨੂੰ ਟਾਰਗੇਟ ਕਰਕੇ ਬੋਲਾਂਗਾ, ਨਿਸ਼ਾਨਾ ਬਣਾ ਕੇ ਬੋਲਾਂਗਾ, ਉਹ ਨਹੀਂ ਬਖਸ਼ੇ ਜਾਣਗੇ। ਇਹ ਤਾਂ ਫਿਰ ਉਹ ਸ਼ਰਾਬੀਆਂ ਵਾਲੀ ਗੱਲ ਹੈ ਵੀ ਰਾਤੀ ਗਾਲਾਂ ਕੱਢ ਕੇ ਸਵੇਰੇ ਕਹਿ ਦਿਓ ਜੀ ਉਹ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਤਾਂ ਫਿਰ ਅਗਲੇ ਕਹਿੰਦੇ ਵੀ ਜੇ ਰਾਤੀ ਤੈਨੂੰ 4 ਜੁੱਤੀਆਂ ਪੈ ਜਾਂਦੀਆਂ ਫਿਰ ਪਤਾ ਲੱਗ ਜਾਣਾ ਸੀ ਵੀ ਤੂੰ ਬੋਲਿਆ, ਤੈਨੂੰ ਨਹੀਂ ਪਤਾ। ਤੇ ਜੇ ਅਗਲੇ ਫੜ ਕੇ ਧਾਂਪੜ ਦਿੰਦੇ ਫਿਰ ਪਤਾ ਲੱਗਦਾ। ਫਿਰ ਜੇ ਤੂੰ ਬੋਲਦਾ ਫਿਰ ਉਹਦੇ ਤੇ ਖੜਾ ਹੋ ਵੀ ਹਾਂਜੀ ਹਾਂਜੀ ਮੈਂ ਬੋਲਿਆ ਜੀ, ਨਹੀਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ, ਇੱਦਾਂ ਕਿਵੇਂ ਹੋ ਗਿਆ? ਮੇਰੀ ਬੇਨਤੀ ਹੈ, ਕੋਈ ਨਾ ਕੋਈ ਪ੍ਰਾਪਤੀ ਸਾਨੂੰ ਇਸ ਸਾਰੇ ਕੁਝ ਵਿੱਚੋਂ ਵੀ ਹੋਏਗੀ। ਮੈਂ ਸੰਗਰਾਂਦ ਵਾਲੇ ਦਿਨ ਵੀ ਬੇਨਤੀ ਕੀਤੀ ਸੀ, ਸਿੱਖੀ ਨੂੰ ਆਪਣੀ ਅਸਲੀ ਮਾਂ ਸਮਝੋ, ਨਕਲੀ ਨਹੀਂ। ਇਹ ਬਾਣੀ ਤੁਹਾਡੀ ਅਸਲੀ ਮਾਂ ਹੈ, ਨਕਲੀ ਮਾਂ ਨਹੀਂ। ਇਹ ਧਰਮ ਤੁਹਾਡੀ ਅਸਲੀ ਮਾਂ ਹੈ, ਨਕਲੀ ਮਾਂ ਨਹੀਂ ਹੈ। ਇਹ ਗੁਰਦੁਆਰਾ ਤੁਹਾਡੀ ਅਸਲੀ ਮਾਂ ਹੈ, ਨਕਲੀ ਮਾਂ ਨਹੀਂ ਹੈ। ਟਾਈਮ ਨਾ ਪਾਸ ਕਰੋ, ਨਹੀਂ ਤਾਂ ਮਾਂ ਮਰ ਜਾਏਗੀ। ਤੇ ਚੇਤਾ ਰੱਖਣਾ, ਕੋਈ ਦੁੱਧ ਨਹੀਂ ਦੇਗਾ, ਕੋਈ ਦਹੀਂ ਦੀ ਫੁੱਟੀ ਨਹੀਂ ਦੇਗਾ, ਕੋਈ ਸਿਰ ਤੇ ਹੱਥ ਨਹੀਂ ਰੱਖੇਗਾ। ਦੇਖੋ ਤੁਸੀਂ ਜ਼ਿੰਦਗੀ ਜੂਨੇ ਹੋ, ਉਹਦੇ 'ਚੋਂ ਬਹੁਤ ਕੁਝ ਸਿੱਖਣ ਨੂੰ ਆਮ ਘਟਨਾਵਾਂ ਵਿੱਚੋਂ, ਆਮ ਗੱਲਬਾਤ ਵਿੱਚੋਂ ਮਿਲਦਾ ਹੈ। ਆਨੰਦਪੁਰ ਸਾਹਿਬ ਦੇ ਜਥੇਦਾਰ ਸਾਹਿਬ ਸਨ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਉਹਨਾਂ ਦੇ ਮਾਤਾ ਜੀ ਪੂਰੇ ਹੋ ਗਏ। ਉਹਨਾਂ ਦਾ ਤੇ ਮੇਰਾ ਇੱਕ ਕਾਮਨ ਮਿੱਤਰ ਸੀ, ਸਾਂਝਾ ਮਿੱਤਰ। ਮੈਂ ਉਹਨਾਂ ਨੂੰ ਫੋਨ ਕੀਤਾ ਵੀ ਸਿੰਘ ਸਾਹਿਬ ਦੇ ਮਾਤਾ ਜੀ ਚੜ੍ਹਾਈ ਕਰ ਗਏ ਨੇ,
ਉਹ ਮੈਨੂੰ ਅੱਗੋਂ ਕਹਿੰਦਾ ਵਧਾਈ ਹੋਵੇ। मैं बड़ा परेशान होया, मैं सच्ची फोन कटता। 3-4 दिन लंघ गए, हुण जाना सी भोग ते, मैं फिर फोन किया। मैं कहा जी वो जी का भोग है, जाना है? कहता क्यों क्यों नहीं जाना? मैं क्या हुण उदों ते तुसीं वधाई दिंदे सी। मैं क्या तुहानूं भी सिंह साहब दे माता जी चढ़ाई कर गए ने ते तुसीं क्या वधाई होवे? मैं क्या मैनू ठीक नहीं लगा, मैं फोन कटता। तो हुण तुसीं कहने भी मम्मी जाना है। उत्थे फिर वो मैनू एक गल कहंदा है, कहंदा तेरी माँ हैगी है? मैं क्या नहीं। कहंदा मेरी भी है नहीं। मैं क्या भी इहदा की संबंध है? कहंदा कल्ला ही सिंह साहब माँ दियां सीसां लैंदा सी, मैं तां तैनूं वधाई दित्ती भी ये भी साडे वर्गा हो गया। भी ना तेरी माँ असीसां देण वाली, ना मेरी माँ असीसां देण वाली, इहदी माँ इहनूं सीसां दिंदी सी। तो मैं क्या चलो हुण तिन्ने बराबर हो गए तां वधाई दित्ती सी। सानूं माँ दी कीमत समझनी चाहिदी है। माँ वर्गा गुरु तुहाडे घर विच कोई नहीं हैगा। अगर माँ हैगी है तो मैं तो बेनती करांगा कोई फोटो ना लाओ घर च, ताकि तुहाडा ध्यान दूजे पासे जावे ही ना। माँ वर्गी असीस भी कोई दे सकता है, माँ वर्गी ममता भी किसी विच हो सकती है। जे माँ जिउंदी है तो अज ही इस गल का ध्यान करियो, घर लेट जाओ। हो सकता है तुहाडी घर वाली रोटी खा के सौ जाए, पर तुहाडी माँ नहीं सोएगी। तुहाडी माँ हर अद्धे घंटे बाद पूछेगी कुड़िए मुंडा आ गया। तुहाडी घरवाली कहेगी बेबे सौ जा खा, मैं आपे बूहा खोल देंगी। पर उन्होंने कौन समझावे? तू घरवाली है, तू सौ सकती है, वो माँ है, वो सौ नहीं सकती। कई लोग ना घरवालियां पिछे भी माँ की बेइज्जती करते हैं, दुर्गति करते हैं। जीवन साथी का अपना सन्मान, इसका अर्थ यह भी नहीं कि माँ मगर ला के वोटी घरों कढ़ दो, इसका अर्थ यह भी ना कढ़ियो जी। दर्जा बदर्जा पत्नी का स्थान की है, वो भी बहुत वड्डा है। उन्हें तुहाडे बच्चों को जन्म दिता है, देना है, उन्हें तुहाडी अगों जनरेशन चलाउणी है, परिवार पीढ़ी उहदे तो वधनी है। उहदा सत्कार उहदी थां ते, माँ का सत्कार माँ की थां ते। अज जरूरत इस गल की है कि असीं इस गल की गंभीरता विच तां आईए। जिन्नी चर्चा हुण हो रही है, इन्नी चर्चा असीं कदे पहलां कीती नहीं। हालांकि आ वक्त जिहड़ा है सिੱਖੀ वास्ते बहुत इम्तिहान का वक्त है। असीं संसार विच खिंड चुके हैं। दुनिया विच साडा बड़ा मान सन्मान है। इस कोरोने दी इस करोपी दे विचों जिहड़ी सेवा निकल के आई, और सेवा ने सिੱਖੀ दे 4 चन्न लाए ने। और सिੱਖੀ दे वो 4 चन्नां दे विच हर सिख दा हिस्सा है, बनदा भी सी कि सिੱਖੀ अपने धर्म की, अपने असूलों की, अपने गुरु के नियमां की पालना नहीं करेगा तो कौन करेगा। और इस गल ने तुहानूं अपने निजी तौर पर, कौमी तौर पर बड़ा सन्मान दिता है। तुसीं हुण संगत दा वेखो, संगत अगे नालों कई गुणा वधी है। लोगों की शरधा वधी है, सिदक वधिया है, भरोसा वधिया है, भावना वधी, अकीदा वधिया है। ये सारा कुछ चंगा है जिहड़ा बाहर निकल के आया है, पर अज बहुत कुछ संभालने की लोड़ भी है। जां इउं भी मैं कहां कि सिखो आ वक्त थोड़ी तरक्की का वक्त है, तुहाडे उभरन का वक्त है।
ਧਰਤੀ ਦੇ ਵਿੱਚ ਹਰ ਵਕਤ ਵੱਤਰ ਨਹੀਂ ਹੁੰਦਾ ਕਿ ਬੀਜ ਬੀਜਿਆ ਜਾ ਸਕੇ, ਫਸਲ ਉਗਾਈ ਜਾ ਸਕੇ। ਇਹ ਵੱਤਰ ਹਰ ਵਕਤ ਨਹੀਂ ਹੁੰਦਾ। ਲਿਖਿਆ ਬਾਣੀ ਵਿੱਚ, ਹੁਣ ਵੱਤੈ ਹਰ ਨਾਮ ਨਾ ਬੀਜਿਓ। ਅੰਮ੍ਰਿਤ ਵੇਲਾ ਸੀ ਬਾਣੀ ਪੜ੍ਹਨ ਦਾ, ਉਦੋਂ ਸੁੱਤੇ ਰਹਿ। ਇੱਥੇ ਹੁਣ ਵੇਖਿਆ ਹੀ ਹੈ ਤੁਸੀਂ, ਅੱਜ ਜਿੱਥੇ ਦਾਸ ਬੈਠਾ ਹੈ, ਮਗਰ ਸੰਗਤ ਬੈਠਦੀ ਹੈ, ਕਈ ਇੱਥੇ ਆ ਕੇ ਗੁਟਕਾ ਖੋਲ੍ਹ ਲੈਂਦੇ ਨੇ, ਮੋਬਾਈਲ ਫੋਨ ਕੱਢ ਕੇ ਅਸੀਂ ਪਾਠ ਕਰਦੇ ਹਾਂ ਜੀ। ਵੀ ਪੁੱਛੋ ਘਰ ਕੀ ਕਰਕੇ ਆਏ ਹੋ ਤੁਸੀਂ? ਘਰ ਫੋਨ ਕਰਕੇ ਆਏ ਨੇ, ਘਰ ਫੇਸਬੁੱਕ ਵੇਖ ਕੇ ਆਏ ਨੇ, ਘਰ ਵਟਸਐਪ ਘੁਮਾ ਕੇ ਆਏ ਨੇ। ਹੁਣ ਆਏ ਸੀ ਗੁਰਦੁਆਰੇ ਕੀਰਤਨ ਸੁਣਨ, ਇੱਥੇ ਕਿਸੇ ਸਿਆਣੇ ਨੇ ਕਹਿ ਕੇ ਘੱਲਿਆ ਕਿ ਕੋਈ ਗੱਲ ਨਾ ਸੁਣਿਓ ਗੁਰਦੁਆਰੇ ਦੀ, ਆਪਣੀ ਮਾਰਿਓ ਜਾ ਕੇ, ਜਾਂ ਆਪਣੀਆਂ ਗੱਲਾਂ ਮਾਰੀ ਜਾਣਗੇ। ਤੇ ਜੇ ਥੋੜ੍ਹੀ ਜਿਹੀ ਧਾਰਮਿਕ ਭਾਵਨਾ ਵਧੇਗੀ ਤੇ ਫਿਰ ਪਾਠ ਕਰਨ ਲੱਗ ਜਾਣਗੇ। ਫਿਰ ਕਹਿਣਗੇ ਗਿਆਨੀ ਜੀ ਤੁਸੀਂ ਪਾਠ ਦਾ ਵੀ ਵਿਰੋਧ ਕਰਦੇ ਹੋ। ਮੈਂ ਪਾਠ ਦਾ ਵਿਰੋਧ ਨਹੀਂ ਕਰ ਰਿਹਾ, ਤੂੰ ਕੀਰਤਨ ਦਾ ਵਿਰੋਧ ਕਰ ਰਿਹਾ, ਤੂੰ ਕਥਾ ਦਾ ਵਿਰੋਧ ਕਰ ਰਿਹਾ ਹੈ। ਵੀ ਜਾ ਬਾਬਾ ਮੈਂ ਨਹੀਂ ਤੇਰੀ ਸੁਣਨੀ, ਮੈਂ ਤਾਂ ਆਪਣਾ ਹੀ ਪਾਠ ਪੜੂੰਗਾ। ਵਿਰੋਧ ਤੂੰ ਕਰ ਰਿਹਾ, ਮੈਂ ਨਹੀਂ ਕਰ ਰਿਹਾ। ਫਿਰ ਉੱਪਰ ਗੈਲਰੀਆਂ ਬਣੀਆਂ ਨੇ, ਉੱਪਰ ਬੜਾ ਪ੍ਰਬੰਧ ਹੈ, ਉੱਪਰ ਏਸੀ ਲੱਗੇ ਨੇ, ਉੱਪਰ ਕਾਰਪੈਟ ਵਿਛੇ ਨੇ। ਕਰੋ ਪਾਠ ਜਿੰਨਾ ਮਰਜ਼ੀ ਕਰੋ। ਮਹਾਰਾਜ ਦੇ 6 ਸਰੂਪ ਪ੍ਰਕਾਸ਼ ਹੁੰਦੇ ਨੇ ਰੋਜ਼ ਸਹਿਜ ਪਾਠ ਕਰਨ ਵਾਸਤੇ, ਜਿੰਨੀ ਮਰਜ਼ੀ ਬਾਣੀ ਪੜ੍ਹੋ। ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ। ਮੈਂ ਫਿਰ ਬੇਨਤੀ ਕਰਾਂ, ਕੁਝ ਗੱਲਾਂ ਤੇ ਸਾਨੂੰ ਕੇਂਦਰਿਤ ਹੋ ਜਾਣਾ ਚਾਹੀਦਾ। ਜਿਵੇਂ ਅੰਮ੍ਰਿਤ ਹੈ, ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਕੇਸ ਨੇ, ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੂਸਰਾ ਕੋਈ ਨਹੀਂ ਹੈ। ਗੁਰੂ ਘਰ ਵਿੱਚ ਪ੍ਰਵਾਨ ਬਹੁਤ ਕੁਝ ਹੋ ਸਕਦਾ ਹੈ, ਪਰ ਦੂਜਾ ਗੁਰੂ ਨਹੀਂ ਹੋ ਸਕਦਾ। ਆਪਾਂ ਨੂੰ ਇਹਨਾਂ ਗੱਲਾਂ ਤੇ ਬਿਲਕੁਲ ਸਾਫ਼ ਹੋ ਜਾਣਾ ਚਾਹੀਦਾ। ਇਸੇ ਤਰ੍ਹਾਂ ਬਾਣੀਆਂ ਦੇ ਵਿੱਚ ਸਾਨੂੰ ਜਪਜੀ ਸਾਹਿਬ ਦੀ ਬਾਣੀ ਤੇ ਸਭ ਤੋਂ ਵੱਧ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਤੁਹਾਨੂੰ ਬਿਲਕੁਲ ਪੁੱਛਣ ਦੀ ਲੋੜ ਨਹੀਂ ਕਿਸੇ ਕੋਲੋਂ ਵੀ ਕਿਹੜਾ ਸ਼ਬਦ ਪੜ੍ਹੀਏ ਜੀ, ਕਾਕਾ ਪਾਸ ਹੋ ਜਾਏ, ਕਿਹੜਾ ਸ਼ਬਦ ਪੜ੍ਹੀਏ ਜੀ, ਵੀਜ਼ਾ ਲੱਗ ਜਾਏ, ਪਾਸਪੋਰਟ ਬਣ ਜਾਏ, ਜ਼ਮੀਨ ਮਿਲ ਜਾਏ, ਮਕਾਨ ਮਿਲ ਜਾਏ, ਮਕਾਨ ਬਣ ਜਾਏ, ਦੁਕਾਨ ਖੁੱਲ੍ਹ ਜਾਏ। ਮੈਂ ਕਹਿੰਦਾ ਜਪਜੀ ਸਾਹਿਬ ਤੋਂ ਉੱਤਮ ਕੁਛ ਵੀ ਨਹੀਂ ਹੈਗਾ। ਤੁਸੀਂ ਇਹਦੀ ਪ੍ਰਥਮਤਾ ਨੂੰ ਸਮਝ ਲਓ। ਮੇਰਾ ਜਨਮ ਹੋਇਆ, ਹੁਣ ਮੈਂ ਗਵਾਹ ਤੇ ਨਹੀਂ ਹੈਗਾ ਇਸ ਗੱਲ ਦਾ, ਇਹ ਤਾਂ ਮਾਤਾ ਪਿਤਾ ਜਾਣਨ, ਪਰ ਜਿਸ ਸਿੱਖ ਪਰਿਵਾਰ ਵਿੱਚ ਮੇਰਾ ਜਨਮ ਹੋਇਆ, ਮੇਰਾ ਵਿਸ਼ਵਾਸ ਹੈ ਕਿ ਜ਼ਰੂਰ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਸਾਡੇ ਘਰ ਆਏ ਹੋਣਗੇ ਤਾਂ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਨਾਮ ਦੀ ਗੁੜਤੀ ਦਿੱਤੀ ਹੋਏਗੀ। ਤੁਹਾਡੇ ਜੰਮਣ ਤੇ ਜਿਹੜੀ ਪਹਿਲੀ ਬਾਣੀ ਪੜ੍ਹੀ ਜਾਂਦੀ ਉਹ ਜਪਜੀ ਸਾਹਿਬ ਹੈ। ਫਿਰ ਤੁਸੀਂ ਅੰਮ੍ਰਿਤ ਛਕਿਆ। ਜਿਹੜੀਆਂ 5 ਬਾਣੀਆਂ ਪੜ੍ਹੀਆਂ ਗਈਆਂ ਉਹਨਾਂ ਵਿੱਚ ਜਿਹੜੀ ਪਹਿਲੀ ਬਾਣੀ ਪੜ੍ਹੀ ਗਈ ਉਹ ਜਪਜੀ ਸਾਹਿਬ ਹੈ। ਤੁਸੀਂ ਨਿਤਨੇਮੀ ਬਣੇ। ਜਿਹੜਾ ਨਿਤਨੇਮ ਤੁਹਾਨੂੰ ਦਿੱਤਾ ਗਿਆ ਰੋਜ਼ ਕਰਨ ਵਾਸਤੇ, ਉਹਦੀ ਪਹਿਲੀ ਬਾਣੀ ਜਿਹੜੀ ਹੈ ਉਹ ਜਪਜੀ ਸਾਹਿਬ ਹੈ। ਫਿਰ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੱਥਾ ਟੇਕਦੇ ਹੋ, ਉਹਦੀ ਪਹਿਲੀ ਬਾਣੀ ਜਪਜੀ ਸਾਹਿਬ ਹੈ। ਜਦੋਂ ਬੰਦਾ ਮਰਦਾ ਹੈ, ਜਦੋਂ ਬੰਦੇ ਨੂੰ ਅੱਗ ਲਾਉਣੀ ਹੈ, ਉਹਨੂੰ ਉਹਦਾ ਦਾਹ ਸੰਸਕਾਰ ਕਰਨਾ ਹੈ, ਜਦੋਂ ਚਿਖਾ ਚਿਣੀ ਜਾਂਦੀ ਹੈ, ਜਿਹੜੀ ਉੱਥੇ ਬਾਣੀ ਪੜ੍ਹੀ ਜਾਂਦੀ ਉਹ ਵੀ ਜਪਜੀ ਸਾਹਿਬ ਹੈ। ਜਿਹੜੀ ਬਾਣੀ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ ਕਿ ਮੈਨੂੰ ਸ਼ੁੱਧ ਬਾਣੀ ਸੁਣਾਓ ਭਾਈ ਗੋਪਾਲੇ ਕੋਲੋਂ, ਉਹ ਵੀ ਜਪਜੀ ਸਾਹਿਬ ਹੈ। ਤੇ ਜਿਹੜੀ ਬੱਚੀ ਗੁਰੂ ਅਮਰਦਾਸ ਮਹਾਰਾਜ ਦੇ ਹਜੂਰ ਪਰਿਵਾਰ ਵਾਲੇ ਫੜ ਕੇ ਲਿਆਉਂਦੇ ਨੇ, ਉਹ ਬੱਚੀ ਸਿਰ ਪਟਕਦੀ ਹੈ ਜਿਵੇਂ ਡੋਲੀ ਖੇਡਦੀ ਹੋਵੇ। ਮਹਾਰਾਜ ਦੇ ਦਰਬਾਰ ਵਿੱਚ ਆਉਂਦੀ ਬੱਚੀ ਸ਼ਾਂਤ ਹੋ ਗਈ, ਬਹਿ ਗਈ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਸ ਬੱਚੀ ਨੂੰ ਕੀ ਹੋਇਆ ਹੈ? ਇਹ ਮੈਂ ਤੁਹਾਨੂੰ ਕੋਈ ਆਪਣੀ ਗੱਲ ਨਹੀਂ ਸੁਣਾ ਰਿਹਾ। ਹੁਣ ਤੁਸੀਂ ਕਹੋਗੇ ਜੇ ਸਾਖੀ ਤਾਂ ਅਸੀਂ ਵੀ ਸੁਣੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਸ ਨੇ ਕਦੇ ਜਪਜੀ ਦਾ ਪਾਠ ਨਹੀਂ ਕੀਤਾ। ਏਡੀ ਵੱਡੀ ਬਾਣੀ ਹੈ ਜਪਜੀ ਸਾਹਿਬ।
फिर जिहड़ी भाई गुरदास जी ने गवाही दी वो भी इहो ही है, सोदर आरती गावी है अमृत वेले जाप उचारा। गुरुआं दे वकत दा भी नितनेम इहो ही सी, सोदर आरती ते अमृत वेले जपजी साहब। जे आपां इन्हां गल्लां ते केंद्रित हो जाइए तो बड़ियां चीज़ां जिहड़ियां ने असीं उन्हां तो बाहर निकल सकते हैं। पर गल तो फिर वही है भी मर्ज बढ़ता गया, जूं जूं दवा करते बीमारी वधी जाती है, दवाई चली जाती है, फायदा की होया। इस बाणी दी हुण दोबारा कथा शुरू हुई है, क्योंकि लड़ीवार कथा दोबारा शुरू हुई है। अज दी पौड़ी 21ਵੀਂ पौड़ी है और ये एक एक पौड़ी तुहानूं उपर लैके जाती है। पौड़ी का काम की हुंदा है? तुहानूं उच्चा चुकना। तो तुसीं जमीन दे उत्ते पौड़ी लगी वेखी कदे? पौड़ी हमेशा कोठे नाल लाई जाती है, तो जदों पौड़ी के डंडे मुक जाण उदों बंदा कोठे ते पहुँच जाता है। तो जे कोठा उच्चा होवे पौड़ी छोटी होवे तो आपां पौड़ी लाउंदे ही नहीं। कोई कवे भी लियाओ तो कहते छोटी जी हैगी, इहदा की करना है। जपजी सब छोटी पौड़ी नहीं है, बहुत वड्डी पौड़ी है। ये सारी तुहानूं रब दे घर लै जाएगी, इहने तुहानूं उत्थे पहुँचाउणा है जिथे ये सारा कुछ मुड़ के लिखिया जाएगा, दस्या जाएगा। कि ये एक परमात्मा की प्राप्ति का मुकाम है। अखीर तुसीं पढ़ोगे, जिन्नी नाम ते आया गए मशक्कत काल, नानक ते मुख उजले केती छुटी। फिर जिहड़ी बाणी गुरु तेग बहादुर साहब ने आप पढ़ी शहादत तो पहला, वो किहड़ी है? वो भी जपजी साहब है। जदों भाई मती दास नूं आरे नाल चीरिया गया उदों किहड़ी बाणी पढ़ेगी? उदों भी जपजी साहब है। वो साडा एक सज्जण है, वो जदों आएगा उदों शुरू कर लेगा। उन्होंने कविता के 4 पैरे आउंदे ने कि जदों जी भाई मती दास के सीस विच आरा दो उंगल थले चला गया तो भाई मती दास कहन लगे जी प्यारा आरा प्यारा लगत है। मैं फिर उन्होंने एक दिन चिट भेजी, मैनूं ये दस दे कि भाई मती दास कातल नाल गल्लां करदा सी कि जपजी पढ़दा सीगा। भी कवि ने अपनी कल्पना की है, मुबारक है, उन्होंने रहन दे। उन्होंने सारी दुनिया कहती है कि भाई मती दास ने जपजी साहब का पाठ शुरू किया, जलादा ने आरा शुरू किया, शरीर 2 फांगड़ा हो गई तो दोवां दे विचों आवाज़ अजे भी आ रही सी, जिन्नी नाम ते आया गए मशक्कत काल। मतलब अपनी गल विच पाउण वास्ते अज सिक्खी का नुकसान इसे गल च हो गया। एक जथेबंदी एक जमात दूजी तो वखरेवा करन वास्ते भावें गात्रा ही 2 सूत्र चौड़ा करना पवे करके छड्डदी है, भावें कृपान का ही कोई रंग ढंग या टेढ़ा करना पवे वो करन नूं तैयार है। क्यों बई? कि ये नाल 15 सिक्खियां हो जाणगियां। अमृत गुरु कलगीधर पातशाह दा है, सिक्खी गुरु नानक साहब दी है, ये दर ये घर गुरु नानक साहब दा है। ये दात सिर्फ 5 ही दे सकते ने, ना कोई 1 दे सकता, ना 6 की लोड़ है। कोई असमंजस है ही नहीं। मैं हमेशा बेनती करदा, धर्म 2 ते 2 4 वर्ग है, ना 4.25 ना 4.25। फिर आप क्यों घटाने वधाने हैं बई? अज भी सच्चे पातशाह महाराज समझाते ने, तीरथ तप दया दत्त दान। लोग तीर्थां की यात्रा करते ने, करो। भज्जी फिरदी अज भी दुनिया, ट्रेनां दियां ट्रेनां बुक हो के तुरियां जांदियां ने। जाओ तप करो,
ਧੂਣੀਆਂ ਤਾ ਕੇ ਕਰੋ, ਜਿੱਦਾਂ ਮਰਜ਼ੀ ਕਰੋ। ਫਿਰ ਦਇਆ ਕਰੋ। ਜੈਨੀਆਂ ਦੀ ਦਇਆ ਤੇ ਤੁਸੀਂ ਸੁਣ ਹੀ ਲਈ ਹੈ ਨਾ, ਉਦੋਂ ਪਰੇ ਤੇ ਕੋਈ ਦਇਆ ਹੈ ਨਹੀਂ। ਸਾਡੀ ਦਇਆ ਸਿਰਫ ਇੱਥੋਂ ਤੱਕ ਹੀ ਹੈ ਕਿ ਜੀਵਾਂ ਦੀ ਹੱਤਿਆ ਨਹੀਂ ਕਰਨੀ। ਤੇ ਜੀਵਾਂ ਦੀ ਹੱਤਿਆ ਦੇ ਵਿੱਚ ਵੀ ਮੇਰਾ ਖਿਆਲ ਸਾਰੀ ਗੱਲ ਜਿਹੜੀ ਆ ਕੇ ਹੈ ਉਸੇ ਗੱਲ ਤੇ ਖਲੋਤੀ ਜਿਹਦੀ ਮੈਂ ਕੱਲ ਪਰਸੋਂ ਵੀ ਚਰਚਾ ਕੀਤੀ ਸੀ ਕਿ ਦੋ ਗੱਲਾਂ ਰੇਸ਼ਮ ਦਾ ਫੋੜਾ ਬਣ ਚੁੱਕੀਆਂ ਨੇ। ਕੈਂਸਰ ਦਾ ਫੋੜਾ, ਰੇਸ਼ਮ ਦਾ ਕੱਪੜਾ ਨਾ ਪਾਓ। ਤੁਹਾਡੇ ਬੱਚੇ ਨੇ, ਭਾਵੇਂ ਧੀ ਹੈ ਭਾਵੇਂ ਪੁੱਤਰ ਹੈ, ਬਿਲਕੁਲ ਉਹਨਾਂ ਨੂੰ ਸਖਤ ਸ਼ਬਦਾਂ ਵਿੱਚ ਕਹਿ ਦਿਓ ਵੀ ਪੁੱਤਰ ਤੁਹਾਡੇ ਰਿਸ਼ਤੇ, ਤੁਹਾਡੇ ਵਿਆਹ ਅਸੀਂ ਕਰਨੇ ਹੈ। ਮਾਂ ਪਿਓ ਤੋਂ ਵੱਡਾ ਮਿੱਤਰ ਤੇ ਸਿਆਣਾ ਤੇ ਸੁਹਿਰਦ ਧਰਤੀ ਤੇ ਕੋਈ ਫਰੈਂਡ ਨਹੀਂ ਹੋ ਸਕਦਾ। ਪਰ ਜੇ ਤੁਸੀਂ ਇਸ ਮਰਿਆਦਾ ਨੂੰ ਤੋੜਨਾ ਹੈ, ਆਪਣੀ ਮਰਜ਼ੀ ਨਾਲ ਤੁਸੀਂ ਬੱਚਾ ਲੱਭਣਾ ਹੈ, ਤੇ ਪੁੱਤਰ ਮੇਰੀ ਪੱਗ ਦਾ, ਮੇਰੀ ਦਾੜੀ ਦਾ, ਮੇਰੇ ਗਾਤਰੇ ਦਾ, ਮੇਰੀ ਸਿੱਖੀ ਦਾ ਤੇ ਮੇਰਾ ਮਾਂ ਪਿਓ ਹੋਣ ਦਾ ਧਿਆਨ ਜ਼ਰੂਰ ਰੱਖ ਲਈ। ਮੈਂ ਤੁਹਾਨੂੰ ਇਸ ਕਰਕੇ ਨਹੀਂ ਪਾਲਿਆ 20-25 ਸਾਲ ਕਰੋੜਾਂ ਰੁਪਈਆ ਲਾ ਕੇ। ਮੈਂ ਤੁਹਾਨੂੰ ਇਸ ਗੱਲ ਹੀ ਨਹੀਂ ਸੀ ਪੜ੍ਹਾਇਆ ਕਿ ਤੁਸੀਂ 2 ਮਿੰਟਾਂ ਵਿੱਚ ਫੈਸਲਾ ਕਰਕੇ ਤੁਸੀਂ ਮੇਰਾ ਸਾਰਾ ਕੁਝ ਰੋਲ ਕੇ ਚਲੇ ਜਾਓ। ਇਹ ਗੱਲ ਸਖਤੀ ਨਾਲ ਕਹਿਣੀ ਚਾਹੀਦੀ ਹੈ। ਆਪਾਂ ਨਹੀਂ ਕਹਿੰਦੇ, ਸੰਤਾਪ ਸਾਰੇ ਭੋਗ ਰਹੇ ਆ। ਕੁੜੀ ਕਿਤੇ ਵਿਆਹ ਕਰਾਈ ਜਾਂਦੀ ਹੈ, ਮੁੰਡਾ ਕਿਤੇ ਕਰਾਈ ਜਾਂਦਾ ਹੈ। ਸਿੱਧੀ ਗੱਲ ਕਹੋ ਉਹਨਾਂ ਨੂੰ। ਇਸੇ ਤਰ੍ਹਾਂ ਮੀਟ ਹੈ, ਕਹੋ ਬੱਚਿਆਂ ਨੂੰ ਪੁੱਤਰ ਨਹੀਂ ਖਾਣਾ, ਪਰ ਜੇ ਖਾਣਾ ਮਰਨਾ ਹੀ ਹੈ ਤੇ ਕੁੱਠਾ ਤੇ ਨਾ ਖਾਓ। ਸ਼ਤਾਬਦੀ ਵਿੱਚ ਬਹਿ ਕੇ, ਜਹਾਜ਼ ਵਿੱਚ ਬਹਿ ਕੇ, ਮੈਕਡੋਨਲਡ ਤੇ ਬਹਿ ਕੇ, ਤੁਸੀਂ ਰੈਸਟੋਰੈਂਟਾਂ ਤੇ ਬਹਿ ਕੇ ਜਿਹੜਾ ਮੀਟ ਖਾ ਰਹੇ ਹੋ ਇਹ ਕੁੱਠਾ ਹੈ। ਇਹਦੇ ਤੇ ਮੁਸਲਮਾਨੀ ਕਲਮਾ ਪੜਿਆ ਗਿਆ ਹੈ। ਫਿਰ ਮਰੋ ਝਟਕਾ ਤੇ ਖਾ ਲਓ। ਮੈਂ ਨਹੀਂ ਕਹਿੰਦਾ ਕਿ ਤੁਸੀਂ ਮੀਟ ਖਾਓ। ਹੁਣ ਆਪਾਂ ਗੱਲ ਕਰਦੇ ਨਹੀਂ ਕਰਦੇ ਤੇ ਨਤੀਜਾ ਕੀ ਹੈ? ਜਿਹੜੇ ਨਹੀਂ ਖਾਂਦੇ ਸਾਡੇ 'ਚ 2% ਵੀ ਨਹੀਂ ਹੈਗੇ। ਸਾਡੇ 'ਚ 2% ਵੀ ਨਹੀਂ ਹੈਗੇ ਤੇ ਬਾਕੀ ਕੋਈ ਚੋਰੀ ਖਾਈ ਜਾਂਦਾ ਹੈ ਤੇ ਕੋਈ ਸ਼ਰੇਆਮ ਖਾਈ ਜਾਂਦਾ ਹੈ, ਪਰ ਖਾਂਦਾ ਹਲਾਲ ਹੈ। ਇਹ ਗੱਲ ਮੈਨੂੰ ਇੱਕ ਹਿੰਦੂ ਵੀਰ ਨੇ ਦਿੱਲੀ ਮੈਟਰੋ ਵਿੱਚ ਕਹੀ। ਕਹਿੰਦਾ ਸਿੱਖੋ ਤੁਹਾਡਾ ਸਤਿਆਨਾਸ਼। ਮੈਂ ਕੀ ਹੋਇਆ? ਕਹਿੰਦਾ ਤੁਸੀਂ ਮਰਦੇ ਨਾ ਕੁੱਠਾ ਖਾਂਦੇ ਤੇ ਅਸੀਂ ਹਿੰਦੂ ਤਾਂ ਬਚ ਜਾਂਦੇ। ਤੁਹਾਡਾ ਤੇ ਸੰਗਠਨ ਹੈ, ਸਾਡੇ ਤੇ 60 ਸ਼ੰਕਰਾਚਾਰੀਆਂ ਨੇ, ਨਾ ਇਕੱਠੇ ਹੋਣ ਤੇ ਨਾ ਫੈਸਲਾ ਹੋਵੇ। ਦੇਖੋ ਆਪਣੇ ਬੱਚਿਆਂ ਨੂੰ ਕਹੋ, ਆਪਣੇ ਪਰਿਵਾਰ ਨੂੰ ਕਹੋ, ਤੁਹਾਡੇ ਬੱਚੇ ਬਚ ਜਾਣਗੇ। ਅਸੀਂ ਅਧਰਮ ਤੋਂ ਬਚ ਜਾਵਾਂਗੇ। ਨਤੀਜਾ ਕੀ ਨਿਕਲੇਗਾ? ਅਸੀਂ ਇਸ ਪਾਪ ਤੋਂ ਬਚਾਂਗੇ। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਇਹ ਗੁਲਾਮੀ ਦਾ ਪ੍ਰਤੀਕ ਹੈ। ਸਾਨੂੰ ਇਹ ਮਾਸ ਨਹੀਂ ਖਾਣਾ ਚਾਹੀਦਾ। ਸਾਨੂੰ ਆਪਣਾ ਧਰਮ ਛੱਡ ਕੇ ਵਿਆਹ ਨਹੀਂ ਕਰਨਾ ਚਾਹੀਦਾ। ਸਭ ਨੂੰ ਆਪਣਾ ਆਪਣਾ ਧਰਮ ਮੁਬਾਰਕ ਹੈ। ਪਰ ਮੈਂ ਫਿਰ ਬੇਨਤੀ ਕਰਾਂ, ਜਿਨ੍ਹਾਂ ਦੀਆਂ ਨੋਹਾਂ ਸਿੱਖ ਨਹੀਂ, ਜਿਨ੍ਹਾਂ ਦੇ ਜਵਾਈ ਸਿੱਖ ਨਹੀਂ, ਉਹਨਾਂ ਦੇ ਪੋਤਰੇ ਦੋਤਰੇ ਸਿੱਖ ਹੋਣਗੇ, ਕੋਈ ਗਰੰਟੀ ਨਹੀਂ, ਕੋਈ ਗਰੰਟੀ ਨਹੀਂ। ਇਹ ਸਮਝ ਲਓ ਤੀਜੀ ਪੀੜ੍ਹੀ ਤੇ ਜਾ ਕੇ ਸਵਾਲੀਆ ਨਿਸ਼ਾਨ ਲੱਗ ਜਾਏਗਾ। ਹੁਣ ਤੁਸੀਂ ਕਹੋ ਜੀ ਮੈਂ ਤੇ ਰੋਜ਼ ਗੁਰਦੁਆਰੇ ਜਾਣਾ, ਉਹ ਤੂੰ ਜਾਣਾ ਹੈ, ਪਰ ਅੱਗੋਂ ਧਿਆਨ ਵੀ ਤਾਂ ਕਰ। ਤੂੰ ਪ੍ਰਾਪਰਟੀ ਦਾ ਧਿਆਨ ਕੀਤਾ, ਬੈਂਕ ਦਾ ਧਿਆਨ ਕੀਤਾ, ਕਾਰੋਬਾਰ ਦਾ ਧਿਆਨ ਕੀਤਾ, ਤੈਨੂੰ ਤੀਜੀ ਪੀੜ੍ਹੀ ਦਾ ਧਿਆਨ ਕਿਉਂ ਨਹੀਂ ਆ ਰਿਹਾ? ਆਪਣੀ ਤੀਜੀ ਪੀੜ੍ਹੀ ਦਾ ਵੀ ਤੇ ਧਿਆਨ ਕਰ ਵੀ ਇਹ ਸਿੱਖ ਹੋਣਗੇ। ਮੈਂ ਇਸ ਦਰ ਤੋਂ ਮੰਗ ਕੇ ਇਹਨਾਂ ਨੂੰ ਦੇਵਾਂ ਕਿ ਜਾ ਕੇ ਅੱਗੋਂ ਧਰਮ ਬਦਲ ਲੈਣ ਆਪਣਾ। ਤੀਰਥਾਂ ਤੇ ਜਾਓ, ਤਪ ਕਰੋ, ਦਇਆ ਕਰੋ, ਦਾਨ ਕਰੋ, ਪਰ ਇਹ ਚੇਤਾ ਰੱਖਣਾ ਜੇ ਕੋ ਪਾਵੇ ਤਿਲ ਕਾ ਮਾਣ। ਇਹਦੇ ਬਦਲੇ ਵਿੱਚ ਅਗਰ ਤੁਸੀਂ ਪਰਮਾਤਮਾ ਦਾ ਨਾਮ ਛੱਡ ਕੇ, ਹੁਣ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਚੱਲੇ ਤੀਰਥ ਇਸ਼ਨਾਨ ਕਰਨ, ਜੇ ਬਾਣੀ ਨਾ ਪੜੋਗੇ ਤੇ ਇਸ ਤੀਰਥ ਦਾ ਫਲ ਕੀ ਮਿਲੇਗਾ? ਇੱਕ ਤਿਲ ਦੇ ਦਾਣੇ ਜਿੰਨਾ। ਤਿਲ ਕੀ ਹੁੰਦਾ ਹੈ?
ਆ ਸਾਰਾ ਸਿਆਲ ਆਪਾਂ ਤੇਲ ਹੀ ਖਾਦੇ ਨੇ, ਰਿਓੜੀਆਂ ਤੇ ਗੱਚਕ ਤੇ ਉਹ ਜਿਹੜੇ ਨਿੱਕੇ ਨਿੱਕੇ ਦਾਣੇ ਹੁੰਦੇ ਨੇ ਉਹਨਾਂ ਨੂੰ ਤਿਲ ਕਹਿੰਦੇ ਨੇ। ਇੱਕ ਛੋਟੇ ਜਿਹੇ ਤਿਲ ਦੇ ਦਾਣੇ ਜਿੰਨਾ ਤੁਹਾਨੂੰ ਮਾਣ ਮਿਲ ਸਕਦਾ ਰੱਬ ਦੇ ਘਰ ਵਿੱਚ, ਜਦੋਂ ਜਾ ਕੇ ਕਹੋਗੇ ਜੀ ਮੈਂ ਇੰਨੇ ਤੀਰਥ ਨਹਾਤੇ, ਮਹਾਰਾਜ ਕਹਿਣਗੇ ਆ ਤਿਲ ਦਾ ਦਾਣਾ ਲੈ ਜਾ ਬਈ, ਬਸ ਇੰਨਾ ਹੀ ਹੈ, ਇਸ ਤੋਂ ਵੱਧ ਕੁਝ ਨਹੀਂ ਹੈ। ਦਾਨ ਕੀਤੇ, ਕਹਿਣ ਲੱਗੇ ਮਹਾਰਾਜ ਆ ਤਿਲ ਦਾ ਦਾਣਾ ਲੈ ਜਾ। ਮੈਂ ਤਪ ਕੀਤੇ, ਮਹਾਰਾਜ ਕਹਿਣਗੇ ਆ ਤਿਲ ਦਾ ਦਾਣਾ ਲੈ ਜਾ, ਇਹਦੇ ਬਦਲੇ ਜੋ ਕਵੇਂਗਾ ਤੈਨੂੰ ਉਹਨਾਂ ਕੁ ਮਿਲ ਜਾਏਗਾ। ਇੰਨਾ ਕੀ ਭਾਰ ਹੈ ਇਹਨਾਂ ਚੀਜ਼ਾਂ ਦਾ, ਕਿਉਂਕਿ ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਇਹ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਇੱਕ ਤਿਲ ਮਾਤਰ ਇੱਜ਼ਤ ਮਿਲੇਗੀ ਰੱਬ ਦੇ ਘਰ ਵਿੱਚ। ਇਸ ਤੋਂ ਅੱਗੇ ਮੰਗੋਗੇ ਕੁਝ, ਰੱਬ ਨੇ ਕਹਿਣਾ ਵੀ ਆ ਤੇਰੀਆਂ ਚੀਜ਼ਾਂ ਦਾ ਮੁੱਲ ਹੀ ਇੰਨਾ ਕੁ ਹੈ। ਹੁਣ ਤੁਸੀਂ ਵੇਖੋ ਨਾ, ਰੱਦੀ ਲੈ ਕੇ ਜਾਂਦੇ ਹੋ ਤੁਸੀਂ ਤੇ ਕਿੰਨੇ ਪੈਸੇ ਮਿਲਦੇ ਨੇ। ਕਬਾੜ ਦੇ ਵਿੱਚ ਤੁਸੀਂ ਟਰੱਕ ਭਰ ਕੇ ਲੋਹਾ ਲੈ ਕੇ ਜਾਂਦੇ ਹੋ ਤੇ ਕਿੰਨੇ ਪੈਸੇ ਮਿਲਦੇ ਨੇ। ਪਰ ਜਦੋਂ ਤੁਸੀਂ ਆਪਣੇ ਹੱਥ ਤੋਂ ਸੋਨੇ ਦੀ ਮੁੰਦਰੀ ਉਤਾਰ ਕੇ ਦਿੰਦੇ ਹੋ ਤੇ ਤੁਹਾਡੀ ਜੇਬ ਭਰ ਜਾਂਦੀ ਹੈ, ਸੁਨਿਆਰਾ ਇੰਨੇ ਪੈਸੇ ਦਿੰਦਾ ਤੁਹਾਨੂੰ। ਤੁਸੀਂ ਕੀਤਾ ਹੀ ਕਬਾੜ ਇਕੱਠਾ ਹੈ, ਦੱਸੋ ਕਸੂਰ ਕੀ ਹੈ। ਸੋਨਾ ਹੈ ਜੇ ਬਾਣੀ ਇਕੱਠੀ ਕੀਤੀ ਹੈ ਤਾਂ, ਜੇ ਬਾਣੀ ਪੜ੍ਹੀ ਹੈ ਤਾਂ, ਜੇ ਬਾਣੀ ਸੁਣੀ ਹੈ ਤਾਂ, ਨਹੀਂ ਤਾਂ ਤੁਸੀਂ ਲੋਹਾ ਇਕੱਠਾ ਕੀਤਾ, ਤੁਸੀਂ ਰੱਦੀ ਇਕੱਠੀ ਕੀਤੀ ਹੈ ਤੇ ਰੱਦੀ ਦਾ ਤੇ ਸੜੇ ਲੋਹੇ ਦਾ ਕਬਾੜ ਦਾ ਬਾਜ਼ਾਰ ਦੇ ਵਿੱਚ ਜਿਹੜਾ ਮੁੱਲ ਉਹੀ ਮਿਲੇਗਾ, ਵੱਧ ਕਿਵੇਂ ਮਿਲ ਜਾਏਗਾ। ਇਹਨਾਂ ਚੀਜ਼ਾਂ ਦੀ ਤੁਹਾਡੇ ਧਰਮ ਵਿੱਚ ਇੰਨੀ ਮਹਾਨਤਾ ਨਹੀਂ ਜਿੰਨੀ ਤੁਸੀਂ ਬਣਾ ਕੇ ਬਹਿ ਗਏ ਹੋ। ਸਾਡੇ 'ਚ ਬੜੀ ਮਹਾਨਤਾ ਹੈ। ਇਹ ਚੀਜ਼ਾਂ ਉਦੋਂ ਪ੍ਰਵਾਨ ਨੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਓ। ਬਾਣੀ ਸੁਣੋ, ਬਾਣੀ ਮੰਨੋ, ਬਾਣੀ ਨੂੰ ਪਿਆਰ ਕਰੋ, ਇਹ ਤੁਹਾਡਾ ਆਤਮਿਕ ਇਸ਼ਨਾਨ ਹੋ ਜਾਏਗਾ। ਬਾਹਰੋਂ ਸਰੀਰ ਪਵਿੱਤਰ ਹੋ ਜਾਏਗਾ, ਅੰਦਰੋਂ ਆਤਮਾ ਨਿਰਮਲ ਹੋ ਜਾਏਗੀ। ਇਸ ਕਰਕੇ ਸਭ ਗੁਣ ਤੇਰੇ ਮੈਂ ਨਾਹੀ ਕੋਏ। ਪਰਮਾਤਮਾ ਗੁਣ ਤੇ ਸਾਰੇ ਤੇਰੇ ਨੇ, ਹਰ ਵਡਿਆਈ ਉਹਦੀ ਹੈ, ਹਰ ਇਸ਼ਾਈ ਉਹਦੀ ਹੈ। ਹੁਣ ਤੁਹਾਨੂੰ ਕੋ ਆ ਕੇ ਕਵੇ ਵੀ ਤੂੰ ਸੋਹਣਾ ਬਹੁਤ ਹੈ, ਤੇ ਕਹਿਣਾ ਚਾਹੀਦਾ ਨਾ ਵੀ ਇਹ ਗੋਡ ਗਿਫਟ ਹੈ, ਇਹ ਤਾਂ ਰੱਬ ਦੀ ਦਾਤ ਹੈ। ਕੋਈ ਆਪਾਂ ਸਰਜਰੀ ਤਾਂ ਨਹੀਂ ਕਰਾਈ ਵੀ ਨੱਕ ਇੱਦਾਂ ਦਾ ਬਣਾ ਦਿਓ ਜੀ, ਅੱਖਾਂ ਇੱਦਾਂ ਦੀਆਂ ਬਣਾ ਦਿਓ ਜੀ, ਠੋਡੀ ਇੱਦਾਂ ਦੀ ਬਣਾ ਦਿਓ ਜੀ, ਦੰਦ ਇੱਦਾਂ ਲਾ ਦਿਓ ਜੀ। ਆਪਾਂ ਕੋਈ ਸਰਜਰੀ ਕਰਾ ਕੇ ਪੈਦਾ ਨਹੀਂ ਹੋਏ। ਕੋਈ ਕਵੇ ਤੂੰ ਸਿਆਣਾ ਬਹੁਤ ਹੈ, ਤੇ ਸਿਆਣਾ ਬਹੁਤ ਹੈ ਤਾਂ ਅਸੀਂ ਕੋਈ ਦਿਮਾਗ ਬਾਹਰੋਂ ਕਿਤੇ ਇੰਪੋਰਟ ਥੋੜ੍ਹਾ ਕਰਾਇਆ ਹੈ। ਜਿਹੜਾ ਦਿਮਾਗ ਹੈ, ਬ੍ਰੇਨ ਹੈ, ਇਹ ਰੱਬ ਦੀ, ਇਹ ਤਾਂ ਗੋਡ ਗਿਫਟ ਹੈ, ਉਹਦੀ ਦਾਤ ਹੈ। ਤੇ ਫਿਰ ਉਹ ਪੌੜੀ ਚੇਤੇ ਕਰੋ ਕਿ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਤਿਸੈ ਧਿਆਈ ਹੈ, ਉਸੇ ਨੂੰ ਸਿਮਰਨਾ ਹੈ। ਉਹ ਕੌਣ ਹੈ? ਜੇ ਪ੍ਰਸਾਦ ਤੇਰੀ ਨੀਕੀ ਜਾਤ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਉਹ ਕਿਹਦੀ ਕਿਰਪਾ ਹੈ? ਤੇਰੀ ਜਾਤ ਚੰਗੀ ਹੈ, ਤੇਰਾ ਰੂਪ ਸੋਹਣਾ ਹੈ, ਤੂੰ ਛਤੀ ਪਦਾਰਥ ਖਾਣਾ ਹੈ, ਉਹ ਕਿਹਦੀ ਕਿਰਪਾ ਹੈ? ਜਦੋਂ ਤੁਸੀਂ ਕਹੋਗੇ ਵੀ ਇਹ ਗੋਡ ਗਿਫਟ ਹੈ, ਇਹ ਰੱਬ ਦੀ ਦਾਤ ਹੈ, ਤਾਂ ਫਿਰ ਕਿਤੇ ਨਾ ਕਿਤੇ ਤੇ ਕਹਿਣਾ ਪਏਗਾ ਨਾ ਵੀ ਰੱਬਾ ਤੇਰਾ ਧੰਨਵਾਦ ਹੈ। ਜੇ ਮੈਨੂੰ ਕਿਸੇ ਨੇ ਆ ਕੇ ਕਿਹਾ ਵੀ ਤੁਸੀਂ ਸੋਹਣੇ ਲੱਗਦੇ ਹੋ, ਤੇ ਇਹ ਤਾਂ ਤੇਰਾ ਸ਼ੁਕਰ ਹੈ, ਇਹ ਕੋਈ ਮੇਰਾ ਫੈਸ਼ਨ ਥੋੜ੍ਹਾ ਹੈ। ਇਹ ਮੇਰਾ ਫੈਸ਼ਨ ਨਹੀਂ ਹੈ, ਇਹ ਤੇਰੀ ਬਖਸ਼ਿਸ਼ ਹੈ। ਜੇ ਮੈਂ ਸਿਆਣਾ ਵੀ ਹਾਂ ਤੇ ਦਿਮਾਗ ਤੂੰ ਦਿੱਤਾ ਹੈ, ਇਹ ਤੀਖਣ ਬੁੱਧੀ ਤੂੰ ਦਿੱਤੀ ਹੈ, ਇਹ ਸੋਚਣ ਦੀ ਸ਼ਕਤੀ ਤੁਸੀਂ ਦਿੱਤੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਉਹਦੇ ਨੇ, ਉਹਦੇ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਹੁਣ ਮੇਰੇ ਵਰਗਾ ਰੋਜ਼ ਕਵੇ ਸੱਚ ਬੋਲਣਾ ਚਾਹੀਦਾ, ਤਾਂ ਇਹ ਜ਼ਰੂਰ ਚੇਤਾ ਰੱਖਣਾ, ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ। ਜਿਵੇਂ ਡਾਕਟਰ ਮਨਮੋਹਨ ਸਿੰਘ ਸੀ ਨਾ, ਤੁਸੀਂ ਉਹਨੂੰ ਸੱਚ ਬੋਲਦਾ ਬਹੁਤਾ ਨਹੀਂ ਸੁਣਿਆ,
पर तुहानूं किसी ने अज तक कहा भी वो झूठ कमाउंदा सी? अज भी दुनिया उहदे ते माण करदी है क्योंकि उहदे काम सच्चे सी। मैं तो सुन के हैरान हाँ कि उहदी सरकारी गड्डी दे ड्राइवर नूं ये हुक्म नहीं सी कि उहदियां धीआं नूं स्कूल कॉलेज छड्ड आवे। उहदियां दो ही धीआं ने, दो बेटियां ने। इदां दा फकीर लभेगा तुहानूं कोई? इत्थे वड्डे वड्डे महापुरख मिलणगे, सब दुनिया का पैसा इकट्ठा करके अपने नियाणिਆਂ नूं दे गए। बाबा जी बड़े वड्डे ने, वो एक व्यापारी है हिंदुस्तान का, वो कहता कर लो दुनिया मुट्ठी में। और रिलायंस कंपनी का मालक सी। तुसी भी भजे, मैं भी भजिया। तो बाद च पता लगा भी ये गल तो उन्हें अपने मुंडिਆਂ नूं कही सी। वो साडे तुहाडे वर्गे एवें ही कमले हो गए। उन्हें सानू नहीं सी क्या दुनिया मुट्ठी च कर ली। उन्हें अपने दो पुत्रां नूं कहा सी भी कर लो दुनिया मुट्ठी में। लभो वो व्यक्ति प्रिंसीपल धर्मानंद सिंह वर्गे बंदे, प्रिंसीपल साहिब सिंह वर्गे बंदे। मैं कहना लियाओ कि साधु इदां दा लियाओ सामने, तो जे लियाओगे तुसी खुद कहोगे इहदा पंथ विच बड़ा सन्मान है। कोई बाबा हरबंस सिंह जी वर्गा होएगा जिहदा कोई बैंक बैलेंस नहीं होएगा, कोई हाई फाई कमरा नहीं होएगा, कोई बैड नहीं होएगा, कोई ब्रांडेड शूज नहीं होणगे ना, कोई महंगी खूंडी नहीं होएगी, कोई महंगे चमचे थालियां गिलास नहीं होणगे। प्रिंसीपल साहिब सिंह, प्रिंसीपल धर्मानंद सिंह होरां ने जदों उदों ग्रेड सिस्टम नहीं सी हुंदा, जदों गवर्निंग बाडी बैठनी उन्हां कहना जी तनख्वाह वधाइए, उन्हां कहना नहीं मेरे खर्चे नहीं हैगे, मैं की करनी है। प्रोफैसर साहिब सिंह का भी यही काम सी। कदे नहीं प्रबंधकां नूं जाके कहा मेरी तनख्वाह वधा दिओ, कहते मैं करनी की मैनूं लोड़ ही नहीं। उन्हां दा फिर बच्चा बनया सी डॉक्टर दलजीत सिंह, अखां दा डॉक्टर अमृतसर दा, जिहदे ते दुनिया मान करदी सी। उन्हें आप पैसे नहीं इकट्ठे कीते, रब ने उहदे पुत्तर नूं ऐसी दात दिती कि मालो माल हो गया। सच्चे पातशाह महाराज कहते बिना गुणा तो भगती नहीं जे होनी। अज तुहानूं बंदे मिल मैं सच बोलदा, वो सच तो बोलदा है, सच कमाउणा भी है कि 50 बंदियां दे हक मार के बैठा होवे कही जे मैं सच बोलदा। इहो जिहे सच बोलण दा की है? कईयां दा सच बोलना अग लाउंदा है, वो भी माड़ा है। कईयां दा सच बोलण नाल झगड़े पैदा हुंदे ने। इहदा अर्थ नहीं मैं कह रहा कि झूठ बोलना चाहिए, नहीं। सच सुनाए सी सच की बेला, सच दे बोलण दा भी एक वक्त है। कहो ना बाबर दे मूँह ते जाके जाबर कहो, हर थां ते महाराज दी ताबिया खलो के बोली जाणगे। जदों उहदे सामने जाणगे गुरमुखो ठंड पै गई तुहाडे दर्शन करके। हुण भी इहनूं कहना भी तू कपटी है, पता भी एक घसुन मारेगा 33 दंद कढ़ देगा, एक अपना कढ़ा लेगा 32 मेरे कढ़ देगा। पर इस तरह का धर्म किवें आ गया साडा भी महाराज की हजूरी च बह के असी नहीं ठीक बोलते, किसी लिए माड़ा बोली जाने आ, सामने जाके बोलने की हिम्मत नहीं है। तेरी कहो मैं सच बोलदा तो फिर बनो बाबे नानक दे सिख। बाबे नानक ने बाबर नूं जाबर किसी पंचायत विच नहीं कहा, किसी नुक्कर विच बह के नहीं कहा, उहदे मूँह ते कहा जदों मिले भी बाबर तू जाबर है। सज्जन नूं कहा तू ठग है, भूमीए नूं कहा तू चोर है, कौडे नूं उहदे मूँह ते कहा राक्षस है। तो असी सारे पिंड नूं दस आवांगे, पर जदों बंदा मिलूगा भाजी तुसीं ते बड़े अच्छे हो, तो चाहिए तो भी मगरों को बंदा डंडा चुक के लियावे भी सारे पिंड च इहदी बदनामी करके आया तू। हुण बोल कहे भी तू गलत है, बई बोले दे मूँह ते। सच वो है, सच का भी एक वक्त है। इहदा अर्थ नहीं कि झूठ बोलो, पर यह भी नहीं कि सच बोल के आके सारियां थावां ते ला दो तो आप जाके नहीं नहीं भाजी तुसीं तो बहुत अच्छे हो। बिना गुणा तो भगती नहीं जे होनी। नहीं तो जिन्नी बाणी अज पढ़ी जा रही है, जिन्ना धर्म कर्म अज किया जा रहा है, धरती तो स्वर्ग हो जानी चाहिए सी, पर आतिश दुनिया
सारी धरती बरूद का ढेर बनी, पता ही नहीं किहड़ी अग कित्थे लग जानी है, कित्थे दंगे भड़क जाने ने, कित्थे लोगों ने एक दूजे नूं वड्डा टुक्की शुरू कर देनी है। पूरा वर्ल्ड इदा है, किहड़ी लड़ाई किहड़े मुल्क शुरू हो जानी है कोई पता नहीं। आप सोचते सी चाइना अमरीका लड़नगे, उदों पता लगा जो रशिया अपने बंदियां नाल ही लड़ना शुरू हो गया। वो भी तो इन्हां दे विचों ही सी, यूक्रेन वाले कोई बाहरों थोड़ा आए ने, कोई तो बांग्लादेश तो थोड़ा गया ने भी रशिया वालियां ने लड़ना शुरू करता उन्हां नाल। आपस में ही लोग पता हालात ही ऐसे बन गए ने। स्वर्ग नहीं बनी धरती, सच बड़ा बोलते हैं असीं, सच्चे पातशाह मेहर करन। शब्द वड्डा भी है, शब्द के भाव बड़े वड्डे ने। तीर्थां की गल, दान की गल, तप की गल असीं करदे हां, पर चेता रखना बिना बाणी पढ़े सिमरन कीते एक तिल मात्र तुहानूं मान देवेगा। गुण रब दे ने, साडा कोई गुण नहीं है। अगर तुसी कोई चंगा काम कर रहे हो, ये भी उहदी गॉड गिफ्ट है, ये भी उहदी दात है, ये उहदी बख्शिश है कि तुहाडे तो करा रहा है, नहीं तो किसी होर तो भी करा सकता है। ये तो मर्जी गुरु गोबिंद सिंह जी की है कि उन्हें भाई बचित्र सिंह नूं नागनी बरछा दिता भी जा हाथी दे मार दे, वो बचित्र सिंह की थां ते किसी होर सिंह नूं भी दिंदा ते हाथी दे बरछा उन्हें भी मार देना सी, हाथी उन्हें भी मोड़ देना सी, तवे उन्हें भी पाड़ देने सी, क्योंकि तवे पड़वाने तो गुरु गोबिंद सिंह ने सी। ये गल भाई बचित्र सो ने भी कही सी भी सतगुरु मैं नहीं लड़ना तो तुसी है। बस इन्नी गल जे सानू समझ आ जाए कि करन कराउण वाला वो है, सब गुण तेरे मैं ना ही कोई, विण गुण कीते भगत नाम। गुण सारे उहदे ने, साडा कोई गुण नहीं है। ते पर जे उहदे गुणां दे धारनी नहीं होवांगे तो फिर ये पखंड जिहड़ा है ये सानू परमात्मा की प्राप्ति नहीं कराएगा। इस करके मैं बेनती की सी भी आसा दी वार नूं सुनो। ये साडे रोज़ की मर्यादा का नितनेम है कि छोड़ी ले पखंडा नाम ले जाहे तरन। इन्हें शब्द प्रवान करना जी, भुल्लां बख्शो, फतेह बुलाओ। वाहिगुरु जी का खालसा, वाहिगुरु जी की फतेह।